ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਜਦੋਂ ਪਰਮਾਤਮਾ ਸਾਡੇ ਉੱਤੇ ਮਿਹਰਬਾਨ ਹੁੰਦਾ ਹੈ, ਸਾਡੇ ਉੱਤੇ ਕਿਰਪਾ ਕਰਦੀ, ਫਿਰ ਉਹ ਅਚਿੰਤ ਹੀ ਸਾਡੇ ਮਨ ਦੇ ਵਿੱਚ ਵਸ ਜਾਂਦੀ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਜਾਤੁ ਤੁਸੇ ਮਿਹਰਬਾਨ ਅਚਿੰਤ ਵਸੇ ਮਨ ਮਾਹੀ। ਬਈ ਫੇਰ ਤੋਂ ਅਚਿੰਤ ਹੀ ਮਨ ਦੇ ਵਿੱਚ ਵਸ ਜਾਂਦਾ। ਜਦੋਂ ਮਾਲਕ ਸਾਡੇ ਉੱਤੇ ਉੱਠਦੇ ਨੇ, ਪ੍ਰਸੰਨ ਹੁੰਦੇ, ਸਾਡੇ ਹਿਰਦੇ ਵਿੱਚ ਹੀ ਉਹ ਨਾਮ ਰਤਨ ਹੈ ਜਿਹੜਾ ਉਹ ਪ੍ਰਗਟ ਹੋ ਜਾਂਦਾ ਹੈ। ਮਹਾਰਾਜ ਕਹਿੰਦੇ, ਜੇ ਤੂੰ ਵੀ ਜਦੋਂ ਤੂੰ ਉੱਠਦਾ ਹੈ, ਜਾਦੂ ਤੁਸੇ ਮਿਹਰਬਾਨ ਨੌ ਨਿਧ ਘਰ ਮੈਂ ਪਾਈ। ਫਿਰ ਜਦੋਂ ਸਾਡੇ ਉੱਤੇ ਉੱਠਦੇ, ਪ੍ਰਸੰਨ ਹੁੰਦੇ, ਫਿਰ ਹੀ ਅਸੀਂ ਇਹ ਗੁਰੂ ਦਾ ਜੋ ਮੰਤਰ ਹੈ ਇਹਦੀ ਕਮਾਈ ਕਰਦੇ ਹਾਂ, ਆਪਾਂ ਸਿਮਰਨ ਕਰਦੇ ਹਾਂ। ਜਦੋਂ ਸਾਡੇ 'ਤੇ ਪ੍ਰਸੰਨ ਹੁੰਦੇ, ਮਹਾਰਾਜ ਕਹਿੰਦੇ, ਜਾਤੁ ਤੁਸੇ ਮਿਹਰਬਾਨ ਤਾ ਗੁਰ ਕਾ ਮੰਤਰ ਕਮਾਈ। ਬਈ ਜਦੋਂ ਤੂੰ ਉੱਠਦਾ, ਫੇਰ ਹੀ ਇਹ ਕਮਾਈ ਹੁੰਦੀ, ਗੁਰੂ ਦਾ ਮੰਤਰ ਕਮਾਉਂਦੇ। ਅਤੇ ਜਦੋਂ ਪ੍ਰਸੰਨ ਹੁੰਦੇ, ਫੇਰ ਹੀ ਅਸੀਂ ਸਹਿਜ ਸੁਭਾਅ ਸੱਚ ਦੇ ਵਿੱਚ ਲੀਨ ਹੋ ਜਾਂਦੇ। ਮਹਾਰਾਜ ਕਹਿੰਦੇ, ਜਾਤੁ ਤੁਸੇ ਮਿਹਰਬਾਨ ਤਾਂ ਨਾਨਕ ਸੱਚ ਸਮਾਈ। ਬਈ ਸਾਰਾ ਜਿਹੜਾ ਮਾਲਕ ਪਰਮਾਤਮਾ ਵਾਹਿਗੁਰੂ ਦਾ ਹੀ ਖੇਲ ਹੈ, ਉਹੀ ਉਹ ਸਾਡੇ 'ਤੇ ਕਿਰਪਾ ਕਰਦੇ। ਜਦੋਂ ਆਪਣੇ 'ਤੇ ਕਿਰਪਾ ਕਰਦੇ, ਉੱਠਦੇ, ਅਤੇ ਸਾਨੂੰ ਪਹਿਲਾਂ ਤਾਂ ਮਾਨਸ ਦੇਹੀ ਮਿਲਦੀ। ਪਰਮਾਤਮਾ ਦੀ ਕਿਰਪਾ ਹੋਈ ਅਤੇ ਆਪਾਂ ਨੂੰ ਇਹ ਮਾਨਸ ਜਾਮਾ ਮਿਲਿਆ।
ਮਹਾਰਾਜ ਕਹਿੰਦੇ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਬਈ ਤੇਰੀ ਸਾਡੇ ਉੱਤੇ ਕਿਰਪਾ ਹੋਈ ਤੇ ਮਾਨਸ ਦੇਹੀ ਮਿਲੀ, ਮਾਨਸ ਜਾਮਾ ਮਿਲੇ, ਜੋ 84 ਲੱਖ ਜੂਨ ਤੋਂ ਉੱਤਮ, ਸਭ ਤੋਂ ਸ੍ਰੇਸ਼ਟ। ਫਿਰ ਜਦੋਂ ਆਪਣੇ ਉੱਤੇ ਹੋਰ ਤੁੱਠਦੇ ਪ੍ਰਸੰਨ ਹੁੰਦੇ, ਸਾਨੂੰ ਮਾਨਸ ਜਾਮੇ ਵਿੱਚ ਸਤ ਸੰਗਤ ਬਖਸ਼ਿਸ਼ ਕਰਦੀ, ਸਤ ਸੰਗਤ ਸਾਨੂੰ ਮਿਲਾਉਂਦੀ। ਇਹ ਵੀ ਮਾਲਕ ਦੀ ਕਿਰਪਾ, ਤੇ ਕਿਰਪਾ ਤੋਂ ਬਿਨਾਂ ਸਾਨੂੰ ਸਤ ਸੰਗਤ ਨਹੀਂ ਮਿਲਦੀ। ਮਹਾਰਾਜ ਕਹਿੰਦੇ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹੋ ਕਾਜ ਤੁਮ ਆਪ ਕੀਓ। ਬਈ ਮਾਲਕ ਆਪ ਹੀ ਇਹ ਕਾਰਜ ਕਰਦੇ, ਸਾਨੂੰ ਸਤ ਸੰਗਤ ਮਿਲਾਉਂਦੀ। ਇਹ ਮਾਲਕ ਦੀ ਸਾਡੇ ਉੱਤੇ ਕਿਰਪਾ ਹੁੰਦੀ। ਜਦੋਂ ਕਿਰਪਾ ਕਰਦੇ ਸਤ ਸੰਗਤ ਦੇ ਵਿੱਚ ਆਉਂਦੇ ਹਾਂ ਆਪਾਂ, ਜਦੋਂ ਉਹ ਸਾਡੇ ਤੇ ਤੁੱਠਦੀ, ਪ੍ਰਸੰਨ ਹੁੰਦੇ, ਫਿਰ ਜਦੋਂ ਸਾਡੇ ਉੱਤੇ ਹੋਰ ਪ੍ਰਸੰਨ ਹੋ ਜਾਂਦੇ, ਸਤ ਸੰਗਤ ਦੇ ਨਾਲ ਸਾਡੀ ਪ੍ਰੀਤ ਪੈ ਜਾਂਦੀ, ਸਾਡਾ ਪ੍ਰੇਮ ਪੈ ਜਾਂਦਾ। ਸਤ ਸੰਗਤ ਦਾ ਆਪਾਂ ਨੂੰ ਪਿਆਰ ਮਿਲਦਾ। ਮਹਾਰਾਜ ਕਹਿੰਦੇ ਜਹ ਠਾਕਰ ਪ੍ਰਸੰਨ ਭਇਓ, ਸਤ ਸੰਗਤ ਤਹਿ ਪਿਆਰ। ਬਈ ਜਦੋਂ ਸਾਡੇ ਉੱਤੇ ਹੋਰ ਪ੍ਰਸੰਨ ਹੋ ਜਾਂਦੇ, ਸਾਡਾ ਪ੍ਰੇਮ ਪੈ ਜਾਂਦਾ ਸੰਗਤ ਦੇ ਵਿੱਚ, ਮੇਰੇ ਪ੍ਰੇਮ ਦਾ ਹੀ ਸਾਰਾ ਮਾਰਗ, ਪ੍ਰੇਮ ਦਾ ਹੀ ਸਾਰਾ ਖੇਲ ਹੈ, ਜੋ ਸਾਨੂੰ ਸਤਿਗੁਰਾਂ ਨੇ ਸਮਝਾਇਆ। ਇਸ ਮਾਰਗ ਨੂੰ ਸੰਤ ਮਾਰਗ ਕਹਿੰਦੇ, ਪ੍ਰੇਮ ਦਾ ਮਾਰਗ, ਪ੍ਰੇਮ ਦਾ ਪੰਥ, ਜਿਹੜਾ ਪਹਿਲਾਂ ਅਸੀਂ ਭੁੱਲ ਚੁੱਕੇ ਹੁੰਦੇ ਹਾਂ, ਅਤੇ ਸਤ ਸੰਗਤ ਦੇ ਵਿੱਚ ਆ ਕੇ ਸਾਨੂੰ ਇਹ ਫੇਰ ਭੇਤ ਆ ਜਾਂਦਾ ਪੰਥ ਦਾ। ਮਹਾਰਾਜ ਫਰਮਾਉਂਦੇ ਇੱਕ ਉਤਮ ਪੰਥ, ਸੁਣਿਓ ਗੁਰ ਸੰਗਤ, ਤਹਿ ਮਲੰਤ ਜਮ ਤਰਾਸ ਮਿਟਾਈ। ਕਿ ਜਦੋਂ ਆਪਾਂ ਸਤਸੰਗ 'ਚ ਆਉਂਦੇ ਅਤੇ ਸਾਨੂੰ ਪਤਾ ਲੱਗਦਾ ਪ੍ਰੇਮ ਦੇ ਮਾਰਗ ਦਾ, ਮਾਲਕ ਨੂੰ ਮਿਲਾਪ ਦੇ ਰਸਤੇ ਦਾ, ਵੀ ਇਹ ਸੰਸਾਰ ਦੇ ਵਿੱਚ ਅਸੀਂ ਆਏ ਹਾਂ ਅਤੇ ਸਾਨੂੰ ਹੁਣ ਮੌਕਾ ਮਿਲਿਆ, ਸਾਨੂੰ ਵਾਰੀ ਮਿਲੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ। ਅਸੀਂ ਹੁਣ ਆਪਣੇ ਆਪੇ ਦੀ ਪਹਿਚਾਣ ਕਰ ਲਈਏ ਵੀ ਇਹ ਸਾਨੂੰ ਜਿਹੜਾ ਜੀਵਨ ਮਿਲਿਆ, ਇਹ ਸਾਨੂੰ ਵੈਰ ਵਿਰੋਧ ਵਾਸਤੇ ਨਹੀਂ ਮਿਲਿਆ, ਇਹ ਸਾਨੂੰ ਮਿਲਿਆ ਹੈ ਪ੍ਰੇਮ ਕਰਨ ਵਾਸਤੇ, ਵੀ ਤਾਂ ਕਿ ਅਸੀਂ ਮਾਲਕ ਨਾਲ ਪ੍ਰੀਤ ਪਾਈਏ, ਉਹਦੇ ਨਾਲ ਅਸੀਂ ਪ੍ਰੇਮ ਕਰੀਏ। ਹੁਣ ਇਹ ਪ੍ਰੇਮਾ ਭਗਤੀ ਹੈ ਜੋ ਗੁਰਬਾਣੀ ਗੁਰੂ ਵਿੱਚ ਸਾਨੂੰ ਦੱਸਿਆ, ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ। ਇਹ ਪ੍ਰੇਮ ਦਾ ਮਾਰਗ, ਇਹਨੂੰ ਪ੍ਰੇਮਾ ਭਗਤੀ ਕਹਿੰਦੇ। ਹੁਣ ਸਤ ਸੰਗਤ ਤੋਂ ਬਿਨਾਂ ਸਾਡੇ ਅੰਦਰ ਹੀ ਪ੍ਰੇਮ ਪੈਦਾ ਨਹੀਂ ਹੁੰਦਾ, ਅਤੇ ਜਦ ਤੱਕ ਪ੍ਰੇਮ ਨਹੀਂ ਉਹਨਾਂ ਸਮਾਂ ਅਸੀਂ ਭਗਤੀ ਨਹੀਂ ਕਰਦੇ। ਸਤਿਗੁਰੂ ਫਰਮਾਉਂਦੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਈ ਤੇਰੀ। ਬਈ ਸਤ ਸੰਗਤ ਤੋਂ ਬਿਨਾਂ ਪ੍ਰੇਮ ਨਹੀਂ, ਅਤੇ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ, ਭਗਤੀ ਹੁੰਦੀ ਨਹੀਂ। ਹੁਣ ਜਿਹੜਾ ਪ੍ਰੇਮ ਹੈ ਇਹ ਵੀ ਦੋ ਕਿਸਮ ਦਾ ਹੁੰਦਾ। ਇੱਕ ਮਾਇਆ ਦਾ ਪਿਆਰ ਹੈ, ਤ੍ਰੈ ਗੁਣਾਂ ਦਾ, ਜਿਹਦੇ ਵਿੱਚ ਕੋਈ ਨਾ ਕੋਈ ਮੰਗ ਹੁੰਦੀ, ਜਿਹਦੇ ਵਿੱਚ ਕੋਈ ਨਾ ਕੋਈ ਸਵਾਰਥ ਹੁੰਦਾ ਹੈ। ਹੁਣ ਜਦੋਂ ਸਾਡਾ ਮਨ ਤ੍ਰੈ ਗੁਣਾਂ ਦੇ ਵਿੱਚ ਹੁੰਦਾ ਹੈ, ਮਾਇਆ ਦੇ ਵਿੱਚ, ਇਹ ਕਿਸੇ ਨਾ ਕਿਸੇ ਸਵਾਰਥ ਦੇ ਵਿੱਚ ਹੀ ਰਹਿੰਦਾ ਹੈ। ਚਾਹੇ ਉਹ ਇਹਦਾ ਸਵਾਰਥ ਵੱਡਾ ਹੋਵੇ, ਚਾਹੇ ਛੋਟਾ ਹੋਵੇ, ਹੁੰਦਾ ਵਿੱਚ ਸਵਾਰਥ ਹੀ। ਜਿਹੜਾ ਇਹ ਸਵਾਰਥ ਵਾਲਾ ਪਿਆਰ ਹੈ,
ਇਹਨੂੰ ਝੂਠਾ ਕਹਿੰਦੇ, ਇਹਨੂੰ ਮਿਥਿਆ ਕਹਿੰਦੇ ਵੀ ਇਹ ਬਹੁਤਾ ਸਮਾਂ ਲੰਮਾ ਨਹੀਂ ਚੱਲਦਾ, ਥੋੜ੍ਹਾ ਸਮਾਂ ਚੱਲਦਾ ਹੈ। ਜੇ ਇਹਦਾ ਸਵਾਰਥ ਨਹੀਂ ਪੂਰਾ ਹੋਇਆ ਫਿਰ ਵੀ ਟੁੱਟ ਜਾਂਦਾ, ਅਤੇ ਜੇ ਸਵਾਰਥ ਪੂਰਾ ਹੋ ਗਿਆ ਉਹ ਫਿਰ ਵੀ ਟੁੱਟ ਜਾਂਦਾ ਵੀ ਜਿਹੜੇ ਮਕਸਦ ਵਾਸਤੇ ਕਰ ਰਹੇ ਸੀ ਵੀ ਉਹ ਤਾਂ ਪੂਰਾ ਹੋ ਹੀ ਗਿਆ। ਇਸ ਵਾਸਤੇ ਫਿਰ ਇਹ ਜਿਹੜਾ ਮੰਗ ਵਾਲਾ ਪਿਆਰ ਇਹਨੂੰ ਕਹਿੰਦੇ ਮਨਮੁਖਾਂ ਦਾ ਪਿਆਰ, ਮਨਮੁਖਾਂ ਦੀ ਦੋਸਤੀ, ਮਨਮੁਖਾਂ ਦਾ ਪਿਆਰ ਇਹ ਬਹੁਤਾ ਲੰਮਾ ਨਹੀਂ ਚੱਲਦਾ, ਥੋੜ੍ਹੇ ਸਮੇਂ ਵਾਸਤੇ ਹੁੰਦਾ ਹੈ। ਜਦ ਤੱਕ ਦਾ ਸਵਾਰਥ ਪੂਰਾ ਹੁੰਦਾ ਹੈ ਉਹਨਾਂ ਸਮਾਂ ਪਿਆਰ ਹੈ। ਜਦੋਂ ਦੇਖਿਆ ਵੀ ਸਵਾਰਥ ਨਹੀਂ ਪੂਰਾ ਹੁੰਦਾ ਉਦੋਂ ਟੁੱਟ ਜਾਂਦਾ ਹੈ। ਇਸ ਨੂੰ ਫਿਰ ਮਹਾਰਾਜ ਕਹਿੰਦੇ ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਦੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਣ ਬੰਧ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋਵੇ ਤਿਤ ਦਿਨ ਬੋਲਣ ਗੰਸ। ਵੀ ਇਹ ਮਨਮੁਖਾਂ ਦਾ ਪਿਆਰ ਹੈ, ਜਦ ਤੱਕ ਤਾਂ ਸਵਾਰਥ ਹੈ ਉਹਨਾਂ ਸਮਾਂ ਕਹਿਣਗੇ ਵੀ ਅਸੀਂ ਪਿਆਰ ਕਰਦੇ ਹਾਂ। ਜਦੋਂ ਦੇਖਿਆ ਵੀ ਸਵਾਰਥ ਹੁਣ ਸਾਡਾ ਨਹੀਂ ਪੂਰਾ ਹੁੰਦਾ ਕੋਈ ਇਹਨਾਂ ਤੋਂ, ਅਤੇ ਉਦੋਂ ਹੀ ਉਹਦੇ ਖਿਲਾਫ ਹੋ ਜਾਂਦੀ, ਉਹਦੀ ਉਹ ਨਿੰਦਿਆ ਸ਼ੁਰੂ ਕਰ ਦੇਣਗੇ, ਉਹਨੂੰ ਫਿੱਕੇ ਬੋਲ ਬੋਲਣੇ, ਉਹਨੂੰ ਹੀ ਮਾੜਾ ਬੋਲਣਾ ਸ਼ੁਰੂ ਕਰ ਦੇਣਗੇ। ਸੋ ਇਹ ਹੈ ਫਿਰ ਤ੍ਰੈ ਗੁਣਾਂ ਦਾ ਜਿਹੜਾ ਮਾਇਆ ਦਾ ਪਿਆਰ, ਅਤੇ ਇਹ ਪਿਆਰ ਫਿਰ ਬਹੁਤਾ ਲੰਮਾ ਨਹੀਂ ਚੱਲਦਾ ਕਿਉਂਕਿ ਇਹਦੇ ਵਿੱਚ ਰੋਸ ਹੁੰਦਾ। ਜਦੋਂ ਜੀਵ ਫਿਰ ਇਹ ਸਵਾਰਥ ਵਾਲਾ ਪਿਆਰ ਕਰਦੇ, ਜਦੋਂ ਨਹੀਂ ਪੂਰਾ ਹੁੰਦਾ ਫਿਰ ਹੋਰ ਰੋਸ ਹੁੰਦਾ, ਹੋਰ ਦੁਵਿਧਾ ਆਉਂਦੀ, ਹੋਰ ਵੈਰ ਵਿਰੋਧ ਅੰਦਰ ਪੈਦਾ ਹੁੰਦਾ। ਸੋ ਇਸ ਵਾਸਤੇ ਫਿਰ ਇਹ ਵੀ ਪਿਆਰ ਹੈ ਸੰਸਾਰ ਦਾ, ਪਰ ਇਹਨੂੰ ਝੂਠਾ ਕਹਿੰਦੇ। ਜਿਹੜਾ ਹੁਣ ਆਪਾਂ ਇਹ ਲਿਵ ਮਾਰਗ ਦੇ ਉੱਤੇ ਚੱਲਦੇ ਹਾਂ, ਸੰਤ ਮਾਰਗ ਦੇ ਉੱਤੇ, ਇਹ ਜਿਹੜਾ ਪਿਆਰ ਇਹਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ, ਇਹਦੇ ਵਿੱਚ ਆਤਮਕ ਪ੍ਰੇਮ ਹੁੰਦਾ ਹੈ। ਬਈ ਅਸੀਂ ਮਾਲਕ ਨੂੰ ਮਿਲਣਾ ਚਾਹੁੰਦੇ, ਅਸੀਂ ਆਪਦੇ ਘਰ ਜਾਣਾ ਚਾਹੁੰਦੇ, ਜੀਵਨ ਦਾ ਲਾਹਾ ਕੱਟਣਾ ਚਾਹੁੰਦੇ, ਹੋਰ ਕੋਈ ਸੰਸਾਰੀ ਵਿੱਚ ਮਤਲਬ ਨਹੀਂ, ਸੰਸਾਰ ਦਾ ਕੋਈ ਸਵਾਰਥ ਨਹੀਂ। ਜਦੋਂ ਅਸੀਂ ਇਸ ਤਰ੍ਹਾਂ ਚੱਲਦੇ ਹਾਂ ਵਿੱਚ ਸਵਾਰਥ ਨਹੀਂ ਰੱਖਦੇ, ਇਹ ਫਿਰ ਜਿਹੜਾ ਪ੍ਰੇਮ ਇਹ ਧੁਰ ਤੱਕ ਨਿਭਦਾ, ਇਹ ਆਖਰੀ ਸਵਾਸਾਂ ਤੱਕ ਨਿਭਦਾ, ਕਿਉਂਕਿ ਜਦੋਂ ਵਿੱਚ ਸਵਾਰਥ ਨਹੀਂ ਇਹ ਪਿਆਰ ਨੇ ਟੁੱਟਣਾ ਨਹੀਂ, ਇਹ ਹੋਰ ਵੱਧਦਾ ਜਾਣਾ। ਜਦੋਂ ਵਿੱਚ ਸਵਾਰਥ ਹੁੰਦਾ ਉਹ ਬਹੁਤਾ ਸਮਾਂ ਟਿਕਦਾ ਨਹੀਂ ਪਿਆਰ, ਉਹ ਟੁੱਟ ਜਾਂਦਾ। ਇਸ ਵਾਸਤੇ ਫਿਰ ਗੁਰਮੁਖਾਂ ਨੇ ਆਖਿਆ ਵੀ ਬੇਸ਼ੱਕ ਸਾਨੂੰ ਰੁੱਖਾ ਭੋਜਨ ਮਿਲ ਜੇ, ਧਰਤੀ 'ਤੇ ਭੁੰਜੇ ਸਾਨੂੰ ਸੌਣਾ ਮਿਲ ਜੇ, ਪਰ ਸਾਡਾ ਤੇਰੇ ਨਾਲ ਪਿਆਰ ਨਾ ਟੁੱਟੇ, ਸਾਡਾ ਤੇਰੇ ਨਾਲ ਪਿਆਰ ਬਣਿਆ ਰਹੇ, ਸਾਡੀ ਪ੍ਰੀਤ ਲੱਗੀ ਰਹੇ ਤੇਰੇ ਨਾਲ। ਇਸ ਨੂੰ ਮਹਾਰਾਜ ਕਹਿੰਦੇ ਰੁੱਖੋ ਭੋਜਨ ਭੂਮ ਸੈਨ ਸਖੀ ਪਿਰਿਆ ਸੰਗ ਸੂਖ ਬਿਹਾਸ। ਬਈ ਬੇਸ਼ੱਕ ਜੇ ਸਾਨੂੰ ਰੁੱਖਾ ਭੋਜਨ ਵੀ ਹੈ, ਧਰਤੀ 'ਤੇ ਸੌਣਾ ਵੀ ਹੈ, ਪਰ ਜੇ ਸਾਡੀ ਉਹਦੇ ਨਾਲ ਪ੍ਰੀਤ ਹੈ ਮਾਲਕ ਦੇ ਨਾਲ, ਅਤੇ ਉਹਦੇ ਵਿੱਚ ਵੀ ਸੁੱਖ, ਉਹਦੇ ਵਿੱਚ ਵੀ ਆਨੰਦ ਹੈ। ਜੇ ਹੁਣ ਮਾਲਕ ਦੇ ਨਾਲ ਪ੍ਰੀਤ ਨਹੀਂ ਅਤੇ ਫਿਰ ਕਿੰਨੇ ਵੀ ਕੀਮਤੀ ਵਸਤਰ ਹੋਣ ਉਹਨਾਂ ਦਾ ਕੋਈ ਲਾਹਾ ਨਹੀਂ, ਕਿਉਂਕਿ ਮਨ ਨੇ ਤਪਦਾ ਰਹਿਣਾ, ਮਨ ਨੇ ਦੁਖੀ ਰਹਿਣਾ, ਮਨ ਨੇ ਅਸ਼ਾਂਤ ਰਹਿਣਾ। ਇਸੇ ਅਵਸਥਾ ਦੇ ਵਿੱਚ ਹੀ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਉਹ ਥੱਲੇ ਧਰਤੀ ਦੇ ਉੱਤੇ ਆਸਣ ਲਾ ਕੇ ਜਦੋਂ ਸਹਿਜ ਦੇ ਵਿੱਚ ਗਏ, ਉਹਨਾਂ ਨੇ ਇਹੋ ਅਵਸਥਾ ਉੱਥੇ ਬਿਆਨ ਕੀਤੀ, ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਬਈ ਤੇਰੇ ਪ੍ਰੇਮ ਦੇ ਵਿੱਚ ਸਾਨੂੰ ਥੱਲੇ ਪੈਣਾ ਵੀ ਸੱਥਰ ਵੀ ਚੰਗਾ,
ਭੁੰਜੇ ਸੌਣਾ ਵੀ ਚੰਗਾ, ਪਰ ਤੇਰੇ ਨਾਲ ਪਿਆਰ ਤਾਂ ਹੈ। ਅਤੇ ਇੱਧਰ ਤ੍ਰੈ ਗੁਣਾਂ ਨੂੰ ਭੱਠ ਕਹਿ ਦਿੱਤਾ। ਅਗਨ ਹੈ ਇੱਧਰ, ਤਪਸ਼ ਮਾਇਆ ਦੇ ਵਿੱਚ। ਉਹਦੇ ਵਿੱਚ ਜਦੋਂ ਮਨ ਹੁੰਦਾ ਉਹ ਫਿਰ ਭੱਠੀ ਵਾਂਗੂ ਤਪਦਾ ਹੈ, ਉਹ ਫਿਰ ਜਲਦਾ ਹੈ, ਉਹ ਫਿਰ ਸੜਦਾ ਹੈ। ਇਸ ਵਾਸਤੇ ਫਿਰ ਇਹਨੂੰ ਪ੍ਰੇਮ ਮਾਰਗ ਕਹਿੰਦੇ, ਜਿਹੜਾ ਸਾਡਾ ਮਨ ਭੁੱਲ ਚੁੱਕਿਆ, ਜਿਹਨੂੰ ਮਹਾਰਾਜ ਕਹਿੰਦੇ ਪੰਥਾ ਪ੍ਰੇਮ ਨਾ ਜਾਣੇ ਭੁੱਲੀ ਫਿਰੇ ਗਵਾਰ। ਹੁਣ ਇਸ ਮਾਰਗ 'ਤੇ ਜਦੋਂ ਆਪਾਂ ਚੱਲਦੇ ਹਾਂ ਸੰਤ ਮਾਰਗ 'ਤੇ, ਇਹਦੇ 'ਤੇ ਆਪਾਂ ਮਟਾਉਣਾ ਹੁੰਦਾ ਹੈ। ਜਿਵੇਂ ਮਾਇਆ ਦੇ ਜਦੋਂ ਅਸੀਂ ਧਾਤ ਦੇ ਮਾਰਗ 'ਤੇ ਚੱਲਦੇ ਹਾਂ, ਉਹਦੇ ਵਿੱਚ ਤਾਂ ਜੀਵ ਦੇ ਅੰਦਰ ਹੋਰ ਹਉਮੈ, ਹੋਰ ਹੰਕਾਰ ਵੱਧਦਾ ਹੈ। ਇਹ ਜਿਹੜਾ ਲੈਵ ਦਾ ਮਾਰਗ ਹੈ, ਇਹਦੇ ਉੱਤੇ ਆਪਾਂ ਮਟਾਉਣਾ, ਆਪਾਂ ਵਾਰਨਾ, ਮਤਲਬ ਆਪਣਾ ਆਪਾਂ ਖਤਮ ਕਰ ਦੇਣਾ। ਇਸ ਵਾਸਤੇ ਫਿਰ ਇਹਨੂੰ ਕਹਿੰਦੇ ਵੀ ਇਹ ਮਾਰਗ ਦੇ ਉੱਤੇ ਜਿਉਂਦੇ ਜੀ ਮਰਨਾ ਪੈਂਦਾ ਚੱਲਦੇ ਹੋਏ। ਵੀ ਜਿਹੜੇ ਭਗਤ ਹੁੰਦੇ ਤਾਂਹੀਓ ਉਹਨੂੰ ਕਹਿੰਦੇ ਮਰ ਜੀਵੜੇ, ਭਗਤ ਤੇਰੇ ਮਰ ਜੀਵੜੇ। ਵੀ ਉਹ ਮਰ ਕੇ ਫਿਰ ਇਸ ਮਾਰਗ ਦੇ ਉੱਤੇ ਚੱਲਦੀ। ਤਾਂਹੀਓ ਸਾਨੂੰ ਸਤਿਗੁਰਾਂ ਨੇ ਪਹਿਲਾਂ ਇਹ ਸ਼ਰਤ ਰੱਖੀ ਹੈ ਵੀ ਜੇ ਤੁਸੀਂ ਮਾਲਕ ਨੂੰ ਮਿਲਣਾ ਹੈ, ਪਹਿਲਾਂ ਮਰਨ ਕਬੂਲ ਕਰੋ। ਜਿਹੜੀ ਇੱਧਰ ਜਿਉਣ ਦੀ ਆਸ ਸੰਸਾਰ ਦੀ ਮਾਇਆ ਦੀ, ਇਹਨੂੰ ਛੱਡੋ ਅਤੇ ਮਨ ਨੂੰ ਇੰਨਾ ਨੀਵਾਂ ਕਰ ਲਓ ਬਈ ਰੇਣ ਵਾਂਗੂ ਕਰਕੇ ਫਿਰ ਅਸੀਂ ਇਹ ਮਾਰਗ ਦੇ ਉੱਤੇ ਚੱਲ ਸਕਦੇ। ਤਾਂਹੀਓ ਸਤਿਗੁਰੂ ਕਹਿੰਦੇ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਹੁਣ ਇਹ ਜਿਹੜਾ ਮਾਰਗ ਇਹ ਨਿਮਾਣਿਆਂ ਦਾ, ਨੀਵਿਆਂ ਦਾ, ਜਿੰਨਾ ਅਸੀਂ ਮਨ ਕਰਕੇ ਨੀਵੇਂ ਹੋ ਜਾਵਾਂਗੇ ਉਹ ਨਹੀਂ ਅਸੀਂ ਸੁਖੀ ਵੀ ਹੋ ਜਾਣਾ ਅਤੇ ਉਹ ਨਹੀਂ ਅਸੀਂ ਮਾਲਕ ਦੇ ਨੇੜੇ ਹੋ ਜਾਣਾ, ਉਹਨਾਂ ਅਸੀਂ ਆਤਮਿਕ ਤੌਰ 'ਤੇ ਉੱਚੇ ਹੋ ਜਾਣਾ। ਇਸ ਲਈ ਸਤਿਗੁਰੂ ਫਰਮਾਉਂਦੇ ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੋਂ ਉੱਚਾ। ਹੁਣ ਮਨ ਹੈ ਜਿਹੜਾ ਸਾਡਾ ਇਹ ਗੱਲਾਂ ਬਾਤਾਂ ਨਾਲ ਨਹੀਂ ਮੰਨੀ ਹੁੰਦਾ, ਇਹਨੂੰ ਨਿਮਾਣਾ ਕਰਨ ਵਾਸਤੇ ਇਹਨੂੰ ਨਿਰਮਲ ਕਰਨਾ ਪੈਂਦਾ। ਜਦੋਂ ਮਨ ਮੈਲਾ ਹੁੰਦਾ ਇਹ ਨੀਵਾਂ ਨਹੀਂ ਹੁੰਦਾ, ਇਹਦੇ ਅੰਦਰ ਮੈਲ ਹੁੰਦੀ ਉਨੀ ਹੀ, ਜਿੰਨਾ ਮੈਲਾ ਹੋਏਗਾ ਉਨਾ ਹੀ ਹੰਕਾਰੀ ਹੋਏਗਾ, ਉਨਾ ਹੀ ਵੈਰ ਵਿਰੋਧ ਜ਼ਿਆਦਾ ਕਰੇਗਾ, ਈਰਖਾ ਨਫ਼ਰਤ ਜ਼ਿਆਦਾ ਕਰੇਗਾ। ਜਿੰਨਾ ਮਨ ਨਿਰਮਲ ਹੋਏਗਾ ਓਨਾ ਹੀ ਇਹ ਨਿਮਾਣਾ ਹੋਏਗਾ ਅਤੇ ਓਨਾ ਹੀ ਇਹਨੇ ਨੀਵਾਂ ਹੋ ਜਾਣਾ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਮਨ ਕਰਕੇ ਮਸਕੀਨ ਹੋਣਾ, ਮਨ ਨੂੰ ਮਤਲਬ ਨਿਮਾਣਾ ਕਰਨਾ। ਤਾਂਹੀਓ ਸਤਿਗੁਰੂ ਕਹਿੰਦੇ ਸੁਖੀ ਵਸੇ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਵੀ ਇਹ ਤਾਂ ਮਨ ਨੂੰ ਨੀਵਾਂ ਕਰਨਾ ਹੈ, ਨਿਮਾਣਿਆਂ ਦਾ ਮਾਰਗ। ਹੁਣ ਸਤਿਗੁਰੂ ਸਾਨੂੰ ਫਿਰ ਉਦਾਹਰਨ ਦਿੰਦੇ ਵੀ ਮਨ ਕਰਕੇ ਇੰਨੇ ਨੀਵੇਂ ਹੋ ਜਾਓ ਵੀ ਜੇ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਆਪਣੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ ਹਾਂ। ਬਾਬਾ ਕਬੀਰ ਜੀ ਕਹਿੰਦੇ ਵੀ ਮਨ ਨੂੰ ਇੰਨਾ ਨੀਵਾਂ ਕਰ ਲਈਏ ਜਿਵੇਂ ਰਸਤੇ ਵਿੱਚ ਬਾਟ ਦਾ ਰੋੜਾ ਪਿਆ ਹੁੰਦਾ, ਬਈ ਉਹ ਰੋੜੇ ਨੂੰ ਚਾਹੇ ਕੋਈ ਜਿਵੇਂ ਮਰਜ਼ੀ ਇੱਧਰ ਉੱਧਰ ਸੁੱਟੀ ਚੱਲੇ, ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ, ਉਹ ਮਹਿਸੂਸ ਨਹੀਂ ਕਰਦਾ। ਅਤੇ ਕਹਿੰਦੇ ਮਨ ਨੂੰ ਇਹੋ ਜਿਹਾ ਕਰ ਲਈਏ ਅਤੇ ਫਿਰ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਮਹਾਰਾਜ ਫਰਮਾਉਂਦੇ ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਤੇਰਾ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਬਈ ਜਿਹੜਾ ਮਾਲਕ ਦਾ ਦਾਸ ਉਹ ਇੱਦਾਂ ਦਾ ਹੋ ਜੇ ਅਤੇ ਫਿਰ ਉਹ ਭਗਵਾਨ ਨੂੰ ਮਿਲ ਸਕਦਾ।
ਫਿਰ ਮਨ ਨੂੰ ਹੋਰ ਸਹਿਜ ਵਿੱਚ ਲੈ ਕੇ ਵੀ ਜਿਹੜਾ ਰੋੜਾ ਹੈ ਉਹਦੇ 'ਤੇ ਤਾਂ ਕੋਈ ਅਸਰ ਨਹੀਂ ਹੁੰਦਾ, ਉਹ ਤਾਂ ਮਹਿਸੂਸ ਨਹੀਂ ਕਰਦਾ। ਪਰ ਕੋਈ ਰਾਹਗੀਰ ਚੱਲ ਰਿਹਾ, ਉਹਦੇ ਪੈਰ ਨੂੰ ਠੇਡਾ ਲੱਗੇ, ਠੋਕਰ ਲੱਗੇ ਅਤੇ ਉਹਦਾ ਮਨ ਮਹਿਸੂਸ ਕਰੇਗਾ। ਇਸ ਵਾਸਤੇ ਕਹਿੰਦੇ ਰੋੜਾ ਹੋਣਾ ਵੀ ਠੀਕ ਨਹੀਂ। ਰੋੜੇ ਤੋਂ ਥੱਲੇ ਮਿੱਟੀ ਹੈ, ਖੇਹ। ਬਈ ਜੇ ਮਨ ਨੂੰ ਇਹ ਮਿੱਟੀ ਵਰਗੇ ਕਰ ਲਈਏ, ਜਿਵੇਂ ਮਰਜ਼ੀ ਕੋਈ ਲਤਾੜੀ ਚੱਲੇ, ਜਿਵੇਂ ਮਰਜ਼ੀ ਪੱਟੀ ਚੱਲੇ, ਇਹਨੂੰ ਕੋਈ ਅਸਰ ਨਹੀਂ ਹੁੰਦਾ। ਬਈ ਜੇ ਮਨ ਨੂੰ ਇੰਨਾ ਨੀਵਾਂ ਕਰ ਲਈਏ ਅਤੇ ਫਿਰ ਭਗਵਾਨ ਮਿਲ ਸਕਦਾ, ਫਿਰ ਵਾਹਿਗੁਰੂ ਮਿਲਦਾ। ਮਹਾਰਾਜ ਕਹਿੰਦੇ ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਉਹ ਦੁੱਖ ਦੇ, ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮੈਂ ਖੇ। ਬਈ ਰੋੜੇ ਤੋਂ ਵੀ ਥੱਲੇ ਖੇ ਮਿੱਟੀ ਹੈ ਅਤੇ ਮਿੱਟੀ ਵਰਗੇ ਹੋ ਜਾਈਏ, ਮਨ ਨੂੰ ਇੰਨਾ ਨੀਵਾਂ ਕਰ ਲਈਏ, ਇੰਨਾ ਨਿਮਾਣਾ ਕਰ ਲਈਏ, ਖੇ ਵਰਗੇ ਬਣ ਜਾਈਏ। ਫਿਰ ਮਨ ਨੂੰ ਜਦੋਂ ਹੋਰ ਸਹਿਜ ਵਿੱਚ ਲੈ ਕੇ ਗਏ ਵੀ ਜਿਹੜੀ ਖੇ ਹੈ ਇਹਦੇ 'ਤੇ ਤਾਂ ਅਸਰ ਨਹੀਂ ਹੁੰਦਾ, ਜਿਵੇਂ ਮਰਜ਼ੀ ਲੜਤਾੜੀ ਚੱਲੀਏ ਕੋਈ ਫਰਕ ਨਹੀਂ। ਪਰ ਹਵਾ ਚੱਲਦੀ ਹੈ, ਖੇ ਉੱਡਦੀ, ਮਿੱਟੀ ਉੱਡਦੀ ਅਤੇ ਜੀਵ ਦੇ ਅੰਗਾਂ 'ਤੇ ਪੈਂਦੀ, ਕੱਪੜਿਆਂ 'ਤੇ ਪੈਂਦੀ ਹੈ ਬਈ, ਅਤੇ ਜੀਵ ਦਾ ਮਨ ਮਹਿਸੂਸ ਕਰਦਾ। ਫਿਰ ਕਹਿੰਦੇ ਵੀ ਖੇ ਤੋਂ ਥੱਲੇ ਪਾਣੀ ਹੈ, ਪਾਣੀ ਨੀਵਾਂ ਹੈ ਅਤੇ ਨਿਰਮਲ ਹੈ। ਬਈ ਜੇ ਮਨ ਨੂੰ ਪਾਣੀ ਵਰਗੇ ਕਰ ਲਈਏ, ਇੰਨਾ ਨਿਮਾਣਾ ਕਰ ਲਈਏ, ਨੀਵਾਂ ਕਰ ਲਈਏ, ਅਤੇ ਫਿਰ ਮਾਲਕ ਮਿਲ ਸਕਦਾ। ਵੀ ਇਹ ਖੇ ਤੋਂ ਵੀ ਥੱਲੇ ਇੱਦੋਂ ਵੀ ਨਿਮਾਣਾ ਕਰਨਾ ਮਨ। ਮਹਾਰਾਜ ਕਹਿੰਦੇ ਕਬੀਰ ਖੇ ਹੋਈ ਤਾਂ ਕਿਆ ਭਇਆ ਉੱਡ ਲੱਗੇ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਬਈ ਪਾਣੀ ਵਰਗੇ ਹੋ ਜਾਈਏ, ਉਹ ਨਿਰਮਲ ਹੈ। ਫਿਰ ਜਦੋਂ ਪਾਣੀ ਵੱਲ ਦੇਖਿਆ ਉਹਨਾਂ ਨੇ ਵੀ ਪਾਣੀ ਦਾ ਵੀ ਸੁਭਾਅ ਬਦਲਦਾ, ਉਹਦੇ ਵਿੱਚ ਵੀ ਬਦਲਾਅ ਆ ਜਾਂਦਾ, ਉਹ ਵੀ ਤੱਤਾ ਠੰਡਾ ਹੋ ਜਾਂਦਾ ਅਤੇ ਜੀਵ ਮਹਿਸੂਸ ਕਰਦਾ ਤੱਤਾ ਠੰਡਾ। ਬਈ ਪਾਣੀ ਵਰਗੇ ਵੀ ਕਹਿੰਦੇ ਹੋਣਾ ਠੀਕ ਨਹੀਂ, ਫਿਰ ਤਾਂ ਉਹਦੇ ਵਰਗੇ ਮਾਲਕ ਵਰਗੇ ਹੋ ਜਾਣਾ ਚਾਹੀਦਾ। ਵੀ ਜਿਹੜਾ ਹਰੀ ਦਾ ਜਨ, ਜਿਹੜਾ ਉਹਦਾ ਦਾਸ, ਉਹ ਪਰਮਾਤਮਾ ਵਰਗਾ ਹੀ ਹੋਵੇ। ਸਤਿਗੁਰੂ ਕਹਿੰਦੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ ਸੀਰਾ ਤਾਤਾ ਹੋਈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਵਰਗਾ ਹੀ। ਹੁਣ ਉਹ ਹਰੀ ਕਿੱਦਾਂ ਦਾ ਵਾਹਿਗੁਰੂ, ਉਹਦੇ ਕੀ ਗੁਣ ਨੇ, ਉਹ ਫਿਰ ਆਪਾਂ ਨੂੰ ਉਹਦੇ ਗੁਣ ਦੱਸੇ ਮਾਲਕ ਦੇ, ਵੀ ਤਾਂ ਕਿ ਸਾਨੂੰ ਪਤਾ ਲੱਗ ਜੇ ਬਈ ਹਰੀ ਦੇ ਜਨ ਇੱਕੋ ਜਿਹੇ ਨੇ, ਵੀ ਉਹਨਾਂ 'ਚ ਕੋਈ ਫਰਕ ਨਹੀਂ। ਜਿਹਨੂੰ ਮਾਰੇ ਕਹਿੰਦੇ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਜਲ ਤੇ ਉਪਜੇ ਤਰੰਗ ਜਿਉਂ ਜਾਲੀ ਵਿਖੇ ਸਮਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਹਰੀ ਦੇ ਜਨ 'ਚ ਕੋਈ ਫਰਕ ਨਹੀਂ। ਕਿਉਂ ਨਹੀਂ ਫਰਕ? ਕਿਉਂਕਿ ਜਿਹੜੇ ਗੁਣ ਪਰਮਾਤਮਾ 'ਚ ਨੇ ਉਹੀਓ ਉਹਦੇ ਜਨ ਦੇ ਵਿੱਚ ਨੇ। ਹਰੀ ਦੇ ਗੁਣ ਹਰੀ ਦੇ ਜਨ ਦੇ ਵਿੱਚ ਨੇ। ਜਿਵੇਂ ਪਰਮਾਤਮਾ ਦੇ ਗੁਣ ਵੀ ਉਹ ਮਿੱਠਾ ਬੋਲਦਾ, ਉਹਨੂੰ ਕੌੜਾ ਕਦੇ ਬੋਲਣਾ ਨਹੀਂ ਆਉਂਦਾ, ਫਿੱਕਾ ਨਹੀਂ ਬੋਲਦਾ। ਅਤੇ ਕਿਸੇ ਦੇ ਔਗਣ ਨੇ, ਜਿਹੜੇ ਔਗਣ ਉਹ ਤੱਕਦਾ ਨਹੀਂ, ਔਗਣ ਉਹ ਕਿਸੇ ਦੇ ਚਿਤਾਰਦਾ ਨਹੀਂ। ਇਹ ਉਹਦੇ ਗੁਣ ਨੇ ਮਾਲਕ ਜੀ। ਮਾਰੇ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗਣ ਕੋ ਨਾ ਚਿਤਾਰੇ। ਇਹ ਸਾਡੇ ਪਿਤਾ ਦੇ ਗੁਣ ਨੇ ਵੀ ਉਹ ਮਿੱਠਾ ਬੋਲਦਾ, ਮਿੱਠ ਬੋਲੜਾ। ਉਹਦੇ ਮੁਖ ਦੀ ਜਿਹੜੀ ਆਵਾਜ਼ ਨਾਮ, ਉਹ ਇੰਨੀ ਮਿੱਠੀ ਆਵਾਜ਼ ਹੈ, ਉਹਦੇ ਵਿੱਚੋਂ ਅੰਮ੍ਰਿਤ ਆਉਂਦਾ। ਤਾਈਓ ਸਾਨੂੰ ਜਿਨ੍ਹਾਂ ਨੇ ਉਹ ਆਵਾਜ਼ ਨੂੰ ਸੁਣਿਆ, ਸੁਣ ਕੇ ਜਿਨ੍ਹਾਂ ਨੇ ਉਹ ਅੰਮ੍ਰਿਤ ਰਸ ਨੂੰ ਚਖਿਆ,
ਉਹਨਾਂ ਭਗਤਾਂ ਨੇ ਸਾਨੂੰ ਦੱਸਿਆ ਵੀ ਜਿਵੇਂ ਸੰਸਾਰੀ ਪਦਾਰਥ ਜਿਹੜੇ ਆਪਾਂ ਖਾਂਦੇ ਹਾਂ, ਜਿਵੇਂ ਖੰਡ ਹੋ ਗਈ, ਮਿਸ਼ਰੀ ਹੋ ਗਈ, ਗੁੜ ਹੋ ਗਿਆ, ਸ਼ਹਿਦ ਹੋ ਗਿਆ, ਦੁੱਧ ਹੋ ਗਿਆ, ਵੀ ਇਹ ਸਾਰੀਆਂ ਵਸਤੂਆਂ ਮਿੱਠੀਆਂ ਨੇ। ਪਰ ਉਹ ਕਹਿੰਦੇ ਵੀ ਮਿੱਠੀਆਂ ਤਾਂ ਹੈਗੀਆਂ, ਪਰ ਸਭ ਤੋਂ ਮਿੱਠਾ ਜ਼ਿਆਦਾ ਕੀ ਹੈ? ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਆਵਾਜ਼, ਉਹ ਸਭ ਤੋਂ ਮਿੱਠੀ ਹੈ। ਮਹਾਰਾਜ ਕਹਿੰਦੇ ਸ਼ੱਕਰ, ਖੰਡ, ਨਬਾਤ, ਗੁੜ, ਮਾਖਿਓਂ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਬਈ ਹੈ ਤਾਂ ਇਹ ਸਾਰੀਆਂ ਵਸਤੂਆਂ ਮਿੱਠੀਆਂ, ਪਰ ਸਭ ਤੋਂ ਮਿੱਠਾ ਮਾਲਕ ਦਾ ਨਾਮ ਹੈ। ਹੁਣ ਇਹ ਪਰਮਾਤਮਾ ਵਾਹਿਗੁਰੂ ਉਹ ਮਿੱਠ ਬੋਲੜਾ, ਉਹਨਾਂ ਦੀ ਆਵਾਜ਼ ਮਿੱਠੀ, ਉਹਦੇ ਵਿੱਚ ਅੰਮ੍ਰਿਤ ਆਉਂਦਾ। ਅਤੇ ਇਹੀਓ ਗੁਣ ਹਰੀ ਦੇ ਜਨਾਂ ਵਿੱਚ ਹੁੰਦਾ। ਉਹਨਾਂ ਦੇ ਮੁੱਖ ਦੇ ਵੀ ਜਿਹੜੇ ਬਚਨ ਉਹ ਵੀ ਅੰਮ੍ਰਿਤਮਈ ਹੁੰਦੇ। ਜਿਹੜਾ ਗੁਣ ਪਰਮਾਤਮਾ 'ਚ ਹੈ ਉਹੀਓ ਹਰੀ ਦੇ ਜਨ ਦੇ ਵਿੱਚ ਵੀ ਹੈ। ਜਦੋਂ ਆਪਾਂ ਪਰਮਾਤਮਾ ਦੀ ਆਵਾਜ਼ ਨੂੰ ਸੁਣਦੇ ਹਾਂ, ਉਹਦੇ ਵਿੱਚੋਂ ਤਾਂ ਅੰਮ੍ਰਿਤ ਆਉਂਦਾ ਹੀ ਆਉਂਦਾ ਹੈ। ਜਦੋਂ ਆਪਾਂ ਜਿਹੜੇ ਹਰੀ ਦੇ ਜਨ ਉਹਨਾਂ ਦੇ ਬਚਨ ਸੁਣਦੇ ਧਿਆਨ ਦੇ ਨਾਲ, ਅਤੇ ਉਹ ਵੀ ਬਚਨ ਅੰਮ੍ਰਿਤਮਈ ਹੁੰਦੇ। ਉਹ ਸਾਡੇ ਜਦੋਂ ਹਿਰਦੇ 'ਤੇ ਪੈਂਦੀ ਉਹਨਾਂ ਬਚਨਾਂ ਦੀ ਧੂੜੀ, ਉਹ ਸਾਡੇ ਮਨ ਦੀ ਮੈਲ ਲੈ ਜਾਂਦੀ ਹੈ। ਆਪਣਾ ਮਨ ਹੈ ਜਿਹੜਾ ਉਹ ਧੋਤਾ ਜਾਂਦਾ, ਸਾਡਾ ਮਨ ਸ਼ੁੱਧ ਹੋ ਜਾਂਦਾ। ਫਿਰ ਪਰਮਾਤਮਾ ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਭੈ ਨਹੀਂ ਹੈ। ਅਤੇ ਇਹੀਓ ਗੁਣ ਹਰੀ ਦੇ ਜਨਾਂ ਵਿੱਚ ਵੀ ਆ ਜਾਂਦਾ, ਉਹ ਵੀ ਨਿਰਭਉ ਹੋ ਜਾਂਦੀ, ਉਹਨਾਂ ਨੂੰ ਵੀ ਕਿਸੇ ਦਾ ਭੈ ਨਹੀਂ। ਨਾ ਉਹ ਕਿਸੇ ਨੂੰ ਭੈ ਦਿੰਦੇ ਅਤੇ ਨਾ ਉਹ ਕਿਸੇ ਦਾ ਭੈ ਮੰਨਦੇ। ਜਿਹਨੂੰ ਮਾਰੇ ਕਹਿੰਦੇ ਭੈ ਕਾਹੂ ਕੋ ਦੇਤ ਨਹਿ ਭੈ ਮਾਨ ਤਾਨ। ਵੀ ਨਾ ਤਾਂ ਕਿਸੇ ਨੂੰ ਭੈ ਦੇਣਾ, ਨਾ ਡਰਾਉਣਾ ਅਤੇ ਨਾ ਡਰਨਾ, ਕਿਉਂਕਿ ਉਹ ਭੈ ਰਹਿਤ ਹੋ ਗਈ। ਪਰਮਾਤਮਾ ਨਿਰਵੈਰ ਹੈ, ਕਿਸੇ ਨਾਲ ਉਹਦਾ ਕੋਈ ਵੈਰ ਨਹੀਂ ਹੈ। ਅਤੇ ਇਹੀਓ ਗੁਣ ਹਰੀ ਦੇ ਜਨਾਂ ਵਿੱਚ ਆ ਜਾਂਦਾ, ਉਹ ਵੀ ਨਿਰਵੈਰ ਹੋ ਜਾਂਦੇ। ਉਹਨਾਂ ਦਾ ਕਿਸੇ ਨਾਲ ਵੀ ਕੋਈ ਵੈਰ ਨਹੀਂ ਹੈ, ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਹੀ ਦੇਖਦੇ, ਸਭ ਦੇ ਅੰਦਰ ਇੱਕ ਜੋਤ ਹੀ ਦੇਖਦੇ। ਇਸ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਹਰੀ ਅਤੇ ਹਰੀ ਦੇ ਜਨ, ਵੀ ਉਹਨਾਂ ਵਿੱਚ ਕੋਈ ਫਰਕ ਨਹੀਂ। ਫਰਕ ਕਾਹਤੋਂ ਨਹੀਂ? ਵੀ ਜਿਹੜੇ ਗੁਣ ਪਰਮਾਤਮਾ 'ਚ ਨੇ ਉਹੀ ਉਹਨਾਂ ਦੇ ਵਿੱਚ ਨੇ। ਤਾਂ ਸਾਨੂੰ ਕਹਿੰਦੇ ਹਰ ਕਾ ਸੇਵਕ ਸੋ ਹਰ ਹੀ ਜੀਹਾ, ਭੇਦ ਨ ਜਾਨੋ ਮਾਨਸ ਦੇਹਾ। ਵੀ ਜਿਹੜਾ ਹਰੀ ਦਾ, ਵਾਹਿਗੁਰੂ ਦਾ ਸੇਵਕ, ਉਹ ਹਰੀ ਵਰਗਾ ਹੀ ਹੈ, ਕਿਉਂਕਿ ਉਹਦੇ ਵਿੱਚ ਉਹਦੇ ਗੁਣ ਨੇ। ਹੁਣ ਇਹ ਗੁਣ ਸਾਡੇ ਵਿੱਚ ਕਿਵੇਂ ਪ੍ਰਵੇਸ਼ ਹੁੰਦੇ? ਜਦੋਂ ਫਿਰ ਅਸੀਂ ਇਹ ਪ੍ਰੇਮ ਦੇ ਮਾਰਗ ਦੇ ਉੱਤੇ ਚੱਲਦੇ ਹਾਂ, ਲਿਵ ਦੇ ਮਾਰਗ ਦੇ ਉੱਤੇ ਚੱਲਦੇ ਹਾਂ, ਫਿਰ ਸਾਡੇ ਅੰਦਰ ਇਹ ਮਾਲਕ ਦੇ ਗੁਣ ਆਉਂਦੇ। ਸਾਡੇ ਅੰਦਰ ਪਰਮਾਤਮਾ ਦੇ ਗੁਣ ਫਿਰ ਰੁਕਦੇ ਜਦੋਂ ਸਾਡੇ ਅੰਦਰ ਮਾਲਕ ਦਾ ਭੈ ਵੀ ਹੋਵੇ ਅਤੇ ਪ੍ਰੇਮ ਵੀ ਹੋਵੇ। ਜੇ ਸਾਡੇ ਅੰਦਰ ਭੈ ਨਹੀਂ ਅਤੇ ਮਾਲਕ ਦੇ ਜਿਹੜੇ ਗੁਣ ਨੇ ਉਹ ਸਾਡੇ ਅੰਦਰ ਰੁਕਣੇ ਨਹੀਂ, ਸਾਡੇ ਅੰਦਰ ਠਹਿਰਨੇ ਨਹੀਂ। ਸਤਿਗੁਰੂ ਫਰਮਾਉਂਦੇ ਹਰ ਗੁਣ ਹਿਰਦੇ ਤਿਸ ਕੇ ਟਿਕੇ, ਜਿਸ ਅੰਤਰ ਭਉ ਭਾਵ ਨਹੀਂ ਹੋਈ। ਬਈ ਹਰੀ ਦੇ ਗੁਣ ਪਰਮਾਤਮਾ ਦੇ ਕਿਹਨਾਂ ਦੇ ਹਿਰਦੇ 'ਚ ਟਿਕਦੇ? ਜਿਨ੍ਹਾਂ ਦੇ ਅੰਦਰ ਭੈ। ਹੁਣ ਜੇ ਸਾਡੇ ਅੰਦਰ ਭੈ ਹੋਏਗਾ, ਭੈ ਕਿਹਦਾ? ਪਰਮਾਤਮਾ ਦਾ। ਇੱਕ ਤਾਂ ਸੰਸਾਰੀ ਡਰ ਹੁੰਦੇ, ਸੰਸਾਰ ਦੇ ਭੈ। ਸੰਸਾਰੀ ਭੈ ਉਹ ਸਾਡੇ ਮਨ ਦੇ ਉੱਤੇ ਮੈਲ ਚਾੜ੍ਹਦੇ। ਸੰਸਾਰ ਦੇ ਡਰ ਉਹ ਸਾਡੇ ਮਨ ਨੂੰ ਹੋਰ ਚਿੰਤਾਵਾਂ, ਹੋਰ ਫਿਕਰ ਲਾਉਂਦੇ ਨੇ। ਜਿਹੜਾ ਪਰਮਾਤਮਾ ਦਾ ਭੈ ਹੈ ਉਹ ਸਾਡੇ ਮਨ ਨੂੰ ਨਿਰਮਲ ਕਰ ਦਿੰਦਾ।
ਭੈ ਤੋਂ ਫਿਰ ਅੱਗੇ ਪ੍ਰੇਮ ਦੀ ਅਵਸਥਾ ਸ਼ੁਰੂ ਹੋ ਜਾਂਦੀ, ਭੈ ਤੋਂ ਅੱਗੇ ਪ੍ਰੇਮ ਪੈਦਾ ਹੁੰਦਾ। ਹੁਣ ਜੇ ਸਾਨੂੰ ਪਰਮਾਤਮਾ ਦਾ ਭੈ ਹੋਏਗਾ, ਬਈ ਸਾਨੂੰ ਭੇਦ ਹੈ ਵੀ ਮਾਲਕ ਸਾਡੇ ਸਾਹਮਣੇ ਸਾਨੂੰ ਸੁਵਾਸ ਦੇ ਰਿਹਾ, ਅਤੇ ਜੋ ਵੀ ਅਸੀਂ ਬੋਲਦੇ ਹਾਂ ਸਭ ਤੋਂ ਪਹਿਲਾਂ ਸਾਡੀ ਆਵਾਜ਼ ਪਰਮਾਤਮਾ ਹੀ ਸੁਣਦਾ ਹੈ। ਜਿਵੇਂ ਹੁਣ ਆਪਾਂ ਬੋਲ ਰਹੇ ਆਹ ਖਾਲੀ ਖਲਾ ਦੇ ਵਿੱਚ ਆਵਾਜ਼ ਜਾ ਰਹੀ ਹੈ, ਪਹਿਲਾਂ ਮਾਲਕ ਸੁਣੇਗਾ, ਫਿਰ ਬਾਕੀ ਆਪਾਂ ਸਾਰੇ ਬਾਅਦ ਦੇ ਵਿੱਚੋਂ ਸੁਣਾਂਗੇ। ਹੁਣ ਸਾਨੂੰ ਮਾਲਕ ਹਰ ਸਮੇਂ ਦੇਖਦਾ ਵੀ ਹੈ, ਸਾਡੀ ਸੁਣਦਾ ਵੀ ਹੈ, ਅਤੇ ਉਹ ਹਰ ਸਮੇਂ ਬੋਲਦਾ ਵੀ, ਉਹ ਚੁੱਪ ਹੁੰਦਾ ਨਹੀਂ। ਮਨ ਨੂੰ ਕਹਿੰਦੇ ਵੀ ਤੂੰ ਇਹ ਨਾ ਸਮਝ ਬਈ ਪਰਮਾਤਮਾ ਦੂਰ ਹੈ। ਮਾਰੇ ਫਰਮਾਉਂਦੇ ਐ ਮਨ ਮਤ ਜਾਣ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਹੁਣ ਜਦੋਂ ਇਹ ਸਾਨੂੰ ਭੇਤ ਆ ਗਿਆ ਵੀ ਮਾਲਕ ਸਾਨੂੰ ਦੇਖ ਰਿਹਾ ਅਤੇ ਸਾਡੀ ਸੁਣ ਰਿਹਾ, ਹੁਣ ਉਦੋਂ ਸਾਡਾ ਮਨ ਭੈ ਦੇ ਵਿੱਚ ਆ ਜਾਂਦਾ, ਮਾਲਕ ਦਾ ਭੈ। ਬਈ ਸਾਡੇ ਮੁਖ ਦੇ ਵਿੱਚੋਂ ਕੋਈ ਐਸੀ ਜਿਹੜੀ ਸ਼ਬਦਾਵਲੀ, ਵੀ ਸਾਡੇ ਮੁਖ ਦੇ ਵਿੱਚੋਂ ਕੋਈ ਐਸਾ ਬਚਨ ਨਾ ਨਿਕਲੇ ਜਿਹੜਾ ਮਾਲਕ ਨੂੰ ਚੰਗਾ ਨਾ ਲੱਗੇ, ਵੀ ਪਹਿਲਾਂ ਉਹਨੇ ਹੀ ਸੁਣਨਾ। ਇਸ ਕਰਕੇ ਫਿਰ ਗੁਰਮੁਖ ਉਹ ਐਸਾ ਕੋਈ ਬਚਨ ਬੋਲਦੇ ਹੀ ਨਹੀਂ ਫਿੱਕਾ ਮਾੜਾ, ਵੀ ਮਾਲਕ ਸੁਣ ਰਿਹਾ। ਇਹ ਕੀ ਹੈ? ਮਾਲਕ ਦਾ ਭੈ। ਵੀ ਮਾਲਕ ਦਾ ਜਦੋਂ ਭੈ ਆ ਗਿਆ ਅਤੇ ਸਾਡੇ ਅੰਦਰ ਉਹਦਾ ਗੁਣ ਆ ਜਾਣਾ ਮਾਲਕ ਵਾਲਾ, ਵੀ ਅਸੀਂ ਮਿੱਠਾ ਹੀ ਬੋਲਾਂਗੇ, ਫਿੱਕਾ ਕਿਸੇ ਨੂੰ ਬੋਲਾਂਗੇ ਨਹੀਂ, ਮਾੜਾ ਬੋਲਾਂਗੇ ਨਹੀਂ। ਅਤੇ ਇਸ ਕਰਕੇ ਕਹਿੰਦੇ ਫਿਰ ਵੀ ਜਿਹਦੇ ਅੰਦਰ ਭੈ ਹੈ ਉਹਦੇ ਅੰਦਰ ਮਾਲਕ ਦੇ ਗੁਣ ਟਿਕਦੇ। ਜਦੋਂ ਸਾਨੂੰ ਮਾਲਕ ਦਾ ਭੈ ਨਹੀਂ, ਫਿਰ ਜੀ ਵੈਰ ਵਿਰੋਧ ਵੀ ਕਰੀ ਜਾਏਗਾ, ਫਿੱਕੇ ਬੋਲ ਵੀ ਬੋਲੀ ਜਾਏਗਾ, ਨਿੰਦਿਆ ਵੀ ਕਰੀ ਜਾਏਗਾ, ਵੀ ਮੈਨੂੰ ਕਿਹੜਾ ਕੋਈ ਸੁਣਦਾ ਹੈ। ਜਦੋਂ ਹੁਣ ਸਾਨੂੰ ਭੇਦ ਆ ਗਿਆ ਵੀ ਮਾਲਕ ਤਾਂ ਸੁਣ ਰਹੇ, ਫਿਰ ਮਾੜਾ ਕਿਹਨੂੰ ਬੋਲਣਾ, ਫਿੱਕਾ ਕਿਹਨੂੰ ਬੋਲਾਂਗੇ। ਇਸ ਵਾਸਤੇ ਫਿਰ ਇਹਨੂੰ ਕਹਿੰਦੇ ਬ੍ਰਹਮ ਦਾ ਗਿਆਨ। ਬ੍ਰਹਮ ਕਹਿੰਦੇ ਪਰਮਾਤਮਾ ਨੂੰ, ਵਾਹਿਗੁਰੂ ਨੂੰ। ਜਿਨ੍ਹਾਂ ਨੂੰ ਇਹ ਬ੍ਰਹਮ ਦਾ ਗਿਆਨ ਹੋ ਜਾਂਦਾ, ਉਹਨਾਂ ਦਾ ਮਨ ਠੰਡਾ ਹੋ ਜਾਂਦਾ, ਸੀਤਲ ਹੋ ਜਾਂਦਾ। ਕਿਉਂਕਿ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਸਾਰੇ ਪਾਸੇ ਬ੍ਰਹਮ ਹੀ ਬ੍ਰਹਮ ਹੈ, ਵੀ ਬ੍ਰਹਮ ਤੋਂ ਹੀ, ਪਰਮਾਤਮਾ ਤੋਂ ਹੀ ਇਹ ਸਾਰਾ ਪਸਾਰਾ ਹੋਇਆ। ਬ੍ਰਹਮੋਂ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਕਿ ਬ੍ਰਹਮ ਤੋਂ ਹੀ ਸਾਰਾ ਪਸਾਰਾ ਹੋਇਆ ਅਤੇ ਸਾਰਾ ਬ੍ਰਹਮ ਹੀ ਬ੍ਰਹਮ ਹੈ, ਮਾਲਕ ਹੀ ਮਾਲਕ। ਅਤੇ ਜਦੋਂ ਇਹ ਭੇਦ ਆ ਗਿਆ ਅਤੇ ਫਿਰ ਮਾੜਾ ਕਿਹਨੂੰ ਆਖਾਂਗੇ। ਅਤੇ ਇਹੋ ਮਾਰੇ ਸਾਨੂੰ ਸਮਝਾਉਂਦੇ ਵੀ ਕਿਸੇ ਨਾਲ ਵੈਰ ਵਿਰੋਧ ਨਾ ਕਰੋ, ਕਿਉਂਕਿ ਘਟ ਘਟ ਦੇ ਵਿੱਚ ਬ੍ਰਹਮ ਹੈ, ਵਾਹਿਗੁਰੂ ਹੈ। ਬਾਬਾ ਵੈਰ ਵਿਰੋਧ ਨ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ। ਵੀ ਘਟ ਘਟ ਦੇ ਵਿੱਚ ਤਾਂ ਬ੍ਰਹਮ ਸਮਾਇਆ ਹੋਇਆ, ਮਾਲਕ। ਫਿਰ ਸਾਡਾ ਮਨ ਜਦੋਂ ਇਹ ਭੈ ਦੇ ਵਿੱਚ ਆ ਜਾਂਦਾ ਹੈ, ਫਿਰ ਭੈ ਤੋਂ ਅੱਗੇ ਪ੍ਰੇਮ ਪੈਦਾ ਹੁੰਦਾ। ਮਹਾਰਾਜ ਕਹਿੰਦੇ ਭੈ ਬਿਨ ਲਾਗ ਨਾ ਲੱਗੇ, ਨਾ ਮਨ ਨਿਰਮਲ ਹੋਏ। ਵੀ ਜਦ ਤੱਕ ਭੈ ਨਹੀਂ ਅਤੇ ਮਨ ਨੇ ਨਿਰਮਲ ਨਹੀਂ ਹੋਣਾ, ਅਤੇ ਅੱਗੇ ਪ੍ਰੇਮ ਦੀ ਅਵਸਥਾ ਨਹੀਂ ਸ਼ੁਰੂ ਹੋਣੀ। ਇਸ ਵਾਸਤੇ ਸਾਡੇ ਜਿਹੜੇ ਵਿਚਾਰ ਇਹ ਦੋ ਅਵਸਥਾ 'ਚ ਰੁਕਦੇ। ਸਾਡਾ ਮਨ ਜਾਂ ਤਾਂ ਭੈ ਅਤੇ ਜਾਂ ਪ੍ਰੇਮ। ਜੇ ਸਾਨੂੰ ਨਾ ਤਾਂ ਭੈ ਹੈ ਅਤੇ ਨਾ ਸਾਨੂੰ ਪ੍ਰੇਮ ਹੈ, ਫਿਰ ਨਹੀਂ ਰੁਕਦਾ ਮਨ, ਭੱਜਿਆ ਹੀ ਫਿਰੇਗਾ। ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਹੁਣ ਇਹ ਭੈ ਵੀ ਸਾਡੇ ਅੰਦਰ ਫੇਰ ਪੈਦਾ ਹੁੰਦਾ ਜਦੋਂ ਸਾਨੂੰ ਗਿਆਨ ਹੁੰਦਾ, ਜਦੋਂ ਸਾਨੂੰ ਸੋਝੀ ਆਉਂਦੀ, ਜਦੋਂ ਅਸੀਂ ਸਤ ਸੰਗਤ ਕਰਦੇ ਹਾਂ।
ਤੇ ਪ੍ਰੇਮ ਵੀ ਫੇਰ ਹੀ ਪੈਦਾ ਹੁੰਦਾ ਜਦੋਂ ਭੈ ਹੋਏਗਾ, ਫਿਰ ਅੱਗੇ ਪ੍ਰੇਮ ਹੋਏਗਾ। ਤਾਂਹੀਓ ਮਹਾਰਾਜ ਕਹਿੰਦੇ ਆ, ਸੁਣਿਆ ਮੰਨਿਆ ਮਨ ਕੀਤਾ ਭਾਉ। ਵੀ ਪਹਿਲਾਂ ਅਸੀਂ ਸੁਣਦੇ ਹਾਂ ਗੁਰਬਾਣੀ ਗੁਰੂ ਦੀ ਵਿਚਾਰ ਨੂੰ, ਫਿਰ ਅਸੀਂ ਇਹਨੂੰ ਮੰਨਦੇ ਹਾਂ, ਫਿਰ ਉਸ ਤੋਂ ਬਾਅਦ 'ਚੋਂ ਪ੍ਰੇਮ ਪੈਦਾ ਹੁੰਦਾ, ਫਿਰ ਪ੍ਰੇਮ ਦੀ ਅਵਸਥਾ ਸ਼ੁਰੂ ਹੁੰਦੀ। ਜਿਹਨੇ ਹੁਣ ਸੁਣਿਆ ਹੀ ਨਹੀਂ ਵੀ ਗੁਰਬਾਣੀ ਗੁਰੂ ਕੀ ਕਹਿੰਦੇ ਨੇ, ਜਿਹਨੂੰ ਪਤਾ ਹੀ ਨਹੀਂ, ਅਤੇ ਉਹ ਫਿਰ ਮੰਨੇਗਾ ਕਦੋਂ, ਅਤੇ ਪ੍ਰੇਮ ਕਦੋਂ ਪੈਦਾ ਹੋਏਗਾ? ਉਹ ਤਾਂ ਫਿਰ ਧਾਤ ਦੇ ਮਾਰਗ 'ਤੇ ਚੱਲੇਗਾ, ਉਹ ਤਾਂ ਫਿਰ ਸਵਾਰਥ ਵਾਲਾ ਹੀ ਪਿਆਰ ਕਰੇਗਾ, ਮੰਗ ਵਾਲਾ ਹੀ ਪਿਆਰ ਕਰੇਗਾ, ਵਿੱਚ ਦੁਨਿਆਵੀ ਸਵਾਰਥ ਵਾਲਾ। ਤਾਂ ਕਰਕੇ ਫਿਰ ਮਹਾਰਾਜ ਸਾਨੂੰ ਕਹਿੰਦੇ ਵੀ ਇਹ ਸਤ ਸੰਗਤ ਸਤਿਗੁਰ ਦਾ ਸਕੂਲ ਹੈ, ਜਿੱਥੇ ਆ ਕੇ ਫਿਰ ਆਪਾਂ ਇਹ ਸਾਰੀ ਸਿੱਖਿਆ ਲੈਣੀ। ਜੋ ਸਾਡਾ ਮਾਤਾ ਪਿਤਾ ਉਹਦੇ ਗੁਣਾਂ ਤੋਂ ਜਾਣੂ ਹੋਣਾ, ਉਹਦੇ ਗੁਣ ਸਿੱਖਣੇ, ਅਤੇ ਫਿਰ ਆਪਦੇ ਅੰਦਰ ਦੇਖਣਾ ਵੀ ਜਿਹੜੇ ਗੁਣ ਮਾਲਕ 'ਚ ਨੇ ਵੀ ਉਹ ਸਾਡੇ ਵਿੱਚ ਵੀ ਹੈਗੇ ਕਿ ਨਹੀਂ। ਮਹਾਰਾਜ ਕਹਿੰਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਦ ਹਰ ਗੁਣ ਸਿੱਖਾਂ। ਬਈ ਜਿਸੋਂ ਹਰੀ ਦੇ ਗੁਣ ਸਿੱਖਣੇ, ਅਤੇ ਜਦੋਂ ਫਿਰ ਆਪਾਂ ਸਤਸੰਗ 'ਚ ਆਉਂਦੇ ਹਾਂ, ਫਿਰ ਆਪਾਂ ਮਾਲਕ ਦੇ ਗੁਣ ਨੇ ਜਿਹੜੇ ਉਹ ਗੁਣਾਂ ਤੋਂ ਜਾਣੂ ਹੁੰਦੇ ਹਾਂ, ਅਤੇ ਫਿਰ ਆਪਦੇ ਅੰਦਰ ਦੇਖਦੇ ਬਈ ਜਿਹੜੇ ਮਾਲਕ ਦੇ ਗੁਣ ਨੇ ਪਰਮਾਤਮਾ ਦੇ, ਵੀ ਸਾਡੇ ਵਿੱਚ ਉਹ ਹੈਗੇ ਕਿ ਨਹੀਂ ਹੈਗੇ। ਅਤੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਸਾਡੇ ਵਿੱਚ ਉਹ ਗੁਣ ਨਹੀਂ ਹੈ। ਬਈ ਪਰਮਾਤਮਾ ਤਾਂ ਨਿਰਭਉ ਹੈ, ਵੀ ਉਹਨੂੰ ਭੈ ਨਹੀਂ, ਸਾਡੇ ਅੰਦਰ ਭੈ ਵੀ ਲੱਗੇ ਹੋਏ ਨੇ, ਸਾਨੂੰ ਤਾਂ ਚਿੰਤਾ ਫਿਕਰ ਇੰਨੀ ਆ, ਇੰਨੇ ਭੈ ਇੰਨੇ ਡਰ ਸੰਸਾਰ ਦੀ। ਫਿਰ ਵੀ ਉਹ ਨਿਰਵੈਰ ਹੈ, ਉਹਦਾ ਵੈਰ ਨਹੀਂ। ਅਤੇ ਅਸੀਂ ਦੇਖਦੇ ਹਾਂ ਵੀ ਸਾਡੇ ਅੰਦਰ ਵੈਰ ਵਿਰੋਧ ਵੀ ਹੈ। ਫਿਰ ਉਹ ਮਿੱਠਾ ਬੋਲਦਾ ਅਤੇ ਅਸੀਂ ਆਪਦੇ ਅੰਦਰ ਇਹਦੇ ਵਿੱਚ ਤਾਂ ਕੌੜਾ ਬੋਲਦੇ ਹਾਂ। ਮਿੱਠਾ ਬੋਲਦਾ ਨਹੀਂ ਸਾਡਾ ਮਨ, ਫਿੱਕੇ ਬਚਨ ਬੋਲਦਾ। ਵੀ ਉਹ ਐਡਾ ਵੱਡਾ, ਉਹਦੇ 'ਚ ਹਉਮੈ ਨਹੀਂ, ਹੰਕਾਰ ਨਹੀਂ, ਅਤੇ ਅਸੀਂ ਆਪਦੇ ਅੰਦਰ ਦੇਖਦੇ ਹਾਂ ਵੀ ਸਾਡਾ ਮਨ ਹਉਮੈ ਵੀ ਕਰਦਾ, ਹੰਕਾਰ ਵੀ ਕਰਦਾ। ਫਿਰ ਆਪਾਂ ਜਦੋਂ ਪੁੱਛਦੇ ਸਤਿਗੁਰਾਂ ਤੋਂ ਬਈ ਕੀ ਇਹ ਗੁਣ ਸਾਡੇ ਵਿੱਚ ਕਦੇ ਸੀਗੇ ਕਿ ਜਾਂ ਅਸੀਂ ਇੱਦਾਂ ਦੇ ਹੀ ਹਾਂ ਸ਼ੁਰੂ ਤੋਂ, ਫਿਰ ਸਾਨੂੰ ਸਤਿਗੁਰੂ ਦੱਸਦੇ ਵੀ ਜਦੋਂ ਸਾਨੂੰ ਇਸ ਲੋਕ 'ਚ ਭੇਜਿਆ ਜਾਂਦਾ ਹੈ, ਬਚਪਨ ਦੇ ਵਿੱਚ ਬੱਚਾ ਇਸ ਸੰਸਾਰ ਦੇ ਵਿੱਚ ਆਉਂਦਾ, ਆਪਣਾ ਜਨਮ ਹੁੰਦਾ, ਉਦੋਂ ਸਾਰੇ ਗੁਣ ਪਰਮਾਤਮਾ ਵਾਲੇ ਉਹ ਬੱਚੇ ਦੇ ਵਿੱਚ ਮੌਜੂਦ ਹੁੰਦੇ। ਬੱਚੇ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਕੋਈ ਹਉਮੈ ਨਹੀਂ, ਕੋਈ ਹੰਕਾਰ ਨਹੀਂ, ਕੋਈ ਲੋਕ ਲੱਜਾ ਨਹੀਂ, ਸਭ ਤੋਂ ਉੱਪਰ, ਕਿਉਂਕਿ ਸਾਰੇ ਗੁਣ ਮਾਲਕ ਵਾਲੇ ਨੇ। ਹੁਣ ਜਿਉਂ-ਜਿਉਂ ਵੱਡਾ ਹੁੰਦਾ ਹੈ, ਅਸੀਂ ਸਿਮਰਨ ਨਾ ਤਾਂ ਆਪ ਕਰਦੇ, ਨਾ ਉਹਨੂੰ ਕਰਾਉਂਦੇ, ਨਾ ਸਤਸੰਗਤ ਕਰਾਉਂਦੇ। ਫਿਰ ਉਹਦੇ ਵਿੱਚ ਜਿਹੜੇ ਉਹ ਗੁਣ ਨੇ ਪਰਮਾਤਮਾ ਦੇ, ਉਹ ਗੁਣ ਟਿਕਦੇ ਨਹੀਂ, ਮਤਲਬ ਉਹ ਗੁਣ ਨਹੀਂ ਰਹਿੰਦੇ। ਫਿਰ ਜਦੋਂ ਸਾਨੂੰ ਗਿਆਨ ਨਹੀਂ ਹੋਏਗਾ ਅਤੇ ਉਹ ਗੁਣ ਵੀ ਸਾਡੇ ਅੰਦਰ ਨਹੀਂ ਟਿਕਣੇ। ਅਤੇ ਤਾਂ ਕਰਕੇ ਫਿਰ ਸਾਡੇ ਅੰਦਰੋਂ ਜਿਹੜੇ ਗੁਣ ਮਾਲਕ ਦੇ ਉਹ ਗਲ ਜਾਂਦੇ, ਮਤਲਬ ਉਹ ਬਾਹਰ ਚਲੇ ਜਾਂਦੇ। ਮਹਾਰਾਜ ਫਰਮਾਉਂਦੇ ਹਰ ਵਿਸਰਤ ਤੇਰੇ ਗੁਣ ਗਲੇ ਆ। ਵੀ ਜਦੋਂ ਸਾਨੂੰ ਮਾਲਕ ਹੀ ਵਿਸਰ ਗਿਆ, ਉਹੀ ਉਹ ਭੁੱਲ ਗਿਆ, ਅਤੇ ਉਹਦੇ ਗੁਣ ਵੀ ਨਹੀਂ ਸਾਡੇ ਵਿੱਚ ਰਹੇ, ਉਹ ਗੁਣ ਵੀ ਚਲੇ ਗਏ ਬਾਹਰ। ਹੁਣ ਫਿਰ ਜਦੋਂ ਆਪਾਂ ਦੁਬਾਰਾ ਸਤਸੰਗਤ ਦੇ ਵਿੱਚ ਆਉਂਦੇ ਹਾਂ, ਫਿਰ ਉਹਨਾਂ ਗੁਣਾਂ ਤੋਂ ਜਾਣੂ ਹੁੰਦੇ ਹਾਂ, ਅਤੇ ਫਿਰ ਸਾਨੂੰ ਭੇਦ ਲੱਗਦਾ ਵੀ ਉਹ ਗੁਣ ਸਾਡੇ ਵਿੱਚ ਹੁਣ ਦੁਬਾਰਾ ਕਿਵੇਂ ਪ੍ਰਵੇਸ਼ ਹੋਣ, ਕਿਵੇਂ ਆਉਣ। ਉਹਦੇ ਵਾਸਤੇ ਫਿਰ ਇਹ ਆਪਾਂ ਸਿਮਰਨ ਕਰਦੇ ਹਾਂ, ਅਤੇ ਨਾਲ ਨਾਲ ਗੁਰੂ ਦੀ ਮੱਤ ਲੈਂਦੇ, ਮਨ ਨੂੰ ਗਿਆਨ ਦਿੰਦੇ। ਜਿਉਂ-ਜਿਉਂ ਅਸੀਂ ਸਿਮਰਨ ਅਭਿਆਸ ਕਰਾਂਗੇ, ਮਨ ਦੇ ਉਦੋਂ ਮੈਲ ਉਤਰੇਗੀ, ਸਾਡੇ ਮਨ ਦਾ ਇਸ਼ਨਾਨ ਹੋਏਗਾ। ਫਿਰ ਨਾਲ ਨਾਲ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ, ਸੁਣਦੇ ਹਾਂ, ਇਹਦੇ ਨਾਲ ਸਾਡੇ ਮਨ ਤੋਂ ਮੈਲ ਉਤਰਦੀ, ਮਨ ਧੋਤਾ ਜਾਂਦਾ।
ਮਾਰੇ ਫਰਮਾਉਂਦੇ ਮਨ ਤਨ ਧੋਵੇ ਸ਼ਬਦ ਵਿਚਾਰੀ। ਬਈ ਜਦੋਂ ਸ਼ਬਦ ਦੀ ਵਿਚਾਰ ਕਰਾਂਗੇ ਸਾਡਾ ਮਨ ਅਤੇ ਮਨ ਦਾ ਤਨ ਦੋਵੇਂ ਧੋਤੇ ਜਾਣਗੇ। ਇਹ ਆਪਾਂ ਸਿਮਰਨ ਕਰਦੇ ਹਾਂ, ਇਹਦੇ ਨਾਲ ਮਨ ਦਾ ਇਸ਼ਨਾਨ ਹੁੰਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਬਈ ਸਾਡਾ ਮਨ ਅਤੇ ਮਨ ਦਾ ਤਨ ਦੋਵੇਂ ਰੋਗ ਰਹਿਤ ਹੋ ਜਾਣੇ ਜਦੋਂ ਅਸੀਂ ਇਹ ਸਿਮਰਨ ਅਭਿਆਸ ਕਰਾਂਗੇ। ਆਓ ਹੁਣ ਜੋ ਆਪਾਂ ਨੂੰ ਸਤਿਗੁਰੂ ਸਿਮਰਨ ਅਭਿਆਸ ਕਰਨ ਨੂੰ ਕਹਿ ਰਹੇ ਵੀ ਤਾਂ ਕਿ ਜਿਉਂ ਅਸੀਂ ਅਭਿਆਸ ਕਰੀਏ ਜਿਹੜੀ ਸਾਡੇ ਮਨ ਦੇ ਉੱਤੇ ਮੈਲ ਲੱਗੀ ਹੋਈ ਇਹ ਸਾਡੇ ਮਨ ਦੀ ਮੈਲ ਉਤਰ ਜੇ ਅਤੇ ਜਿਹੜੇ ਗੁਣ ਮਾਲਕ ਦੇ ਨੇ ਉਹ ਗੁਣ ਸਾਡੇ ਵਿੱਚ ਪ੍ਰਗਟ ਹੋ ਜਾਣ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ, ਜਿਉਂ-ਜਿਉਂ ਆਪਾਂ ਇਸ ਸਿਮਰਨ ਕਰਦੇ ਆਪਣਾ ਮਨ ਹੈ ਜਿਹੜਾ ਇਹ ਧੋਤਾ ਜਾਂਦਾ, ਨਿਰਮਲ ਹੁੰਦਾ ਹੈ। ਜਿਉਂ-ਜਿਉਂ ਸਾਡਾ ਮਨ ਨਿਰਮਲ ਹੋਏਗਾ ਫਿਰ ਇਹ ਵਿਰਾਗੀ ਹੋ ਜਾਂਦਾ। ਸਾਡੇ ਮਨ ਦਾ ਜਿਹੜਾ ਅਸਲ ਸੁਭਾਅ ਹੈ ਉਹ ਵਿਰਾਗੀ। ਮਾਰੇ ਫਰਮਾਉਂਦੇ ਮਨ ਕਾ ਸੁਭਾਅ ਸਦਾ ਵਿਰਾਗੀ। ਵੀ ਮਨ ਦਾ ਜਿਹੜਾ ਅਸਲ ਸੁਭਾਅ ਉਹ ਵਿਰਾਗ ਵਾਲਾ ਹੈ। ਪਰ ਜਦੋਂ ਇਹ ਮੈਲਾ ਹੋ ਜਾਂਦਾ, ਇਹਦੇ ਉੱਤੇ ਮੈਲ ਚੜ੍ਹ ਜਾਂਦੀ, ਇਹਦਾ ਜਿਹੜਾ ਅਸਲ ਸੁਭਾਅ ਉਹ ਫਿਰ ਪਤਾ ਨਹੀਂ ਲੱਗਦਾ ਸੀ, ਕਿਉਂਕਿ ਉੱਤੇ ਮੈਲ ਆ ਜਾਂਦੀ। ਹੁਣ ਮਨ ਨੂੰ ਨਿਰਮਲ ਕਰਨ ਵਾਸਤੇ ਇਹ ਫਿਰ ਸਿਮਰਨ ਅਭਿਆਸ ਅਤੇ ਨਾਲ ਨਾਲ ਹੀ ਸਤ ਸੰਗਤ। ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਗੁਰਬਾਣੀ ਗੁਰੂ ਦੀ ਵਿਚਾਰ ਕਰਦੇ ਹਾਂ, ਸਾਰੀ ਗੁਰਬਾਣੀ ਗੁਰੂ ਵਿੱਚ ਅੰਮ੍ਰਿਤ। ਮਾਰੇ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਸਾਰੀ ਗੁਰਬਾਣੀ ਗੁਰੂ ਅੰਮ੍ਰਿਤਮਈ ਹੈ। ਜਦੋਂ ਅਸੀਂ ਇਹ ਅੰਮ੍ਰਿਤਮਈ ਵਿਚਾਰ ਸੁਣਦੇ ਹਾਂ, ਇਹਦੇ ਨਾਲ ਸਾਡਾ ਮਨ ਧੁੱਤ ਜਾਂਦਾ, ਸਾਡੇ ਮਨ ਸ਼ੁੱਧ ਹੋ ਜਾਂਦਾ, ਮਨ ਦਾ ਇਸ਼ਨਾਨ ਹੋ ਜਾਂਦਾ। ਅਤੇ ਜਦੋਂ ਮਨ ਦਾ ਇਸ਼ਨਾਨ ਹੋਏਗਾ, ਮਨ ਦੀ ਮੈਲ ਉਤਰ ਜਾਏਗੀ, ਮਨ ਨਿਰਮਲ ਹੋ ਜਾਏਗਾ। ਅਤੇ ਨਿਰਮਲ ਮਨ ਹੀ ਮਾਲਕ ਨੂੰ ਮਿਲ ਸਕਦਾ ਹੈ, ਪਰਮਾਤਮਾ। ਮਾਰੇ ਫਰਮਾਉਂਦੇ ਮੇਰਾ ਪ੍ਰਭ ਸਦ ਨਿਰਮਲਾ, ਮਨ ਨਿਰਮਲ ਪਾਇਆ ਜਾਏ। ਇਹ ਪਰਮਾਤਮਾ ਨਿਰਮਲ ਹੈ, ਉਹਨੂੰ ਮੈਲ ਨਹੀਂ ਲੱਗਦੀ, ਮਨ ਮੈਲਾ ਹੈ। ਅਤੇ ਨਿਰਮਲ ਮਨ ਹੀ ਮਾਲਕ ਨੂੰ ਮਿਲ ਸਕਦਾ। ਹੁਣ ਮਨ ਨੇ ਨਿਰਮਲ ਹੋਣਾ, ਇਹ ਲਿਵ ਦੇ ਮਾਰਗ 'ਤੇ ਚੱਲਦੇ ਹੋਏ, ਸੰਤ ਮਾਰਗ 'ਤੇ ਚੱਲਾਂਗੇ ਅਤੇ ਸਾਡਾ ਮਨ ਨਿਰਮਲ ਹੋ ਜਾਏਗਾ, ਸਾਡਾ ਮਨ ਧੋਤਾ ਜਾਏਗਾ। ਜਿਹੜਾ ਮਨ ਨਿਰਮਲ ਹੋ ਗਿਆ, ਉਹਦੀ ਇਹ ਨਿਸ਼ਾਨੀ ਹੈ, ਉਹ ਫਿਰ ਕਿਸੇ ਨਾਲ ਲੜਦਾ ਨਹੀਂ। ਜਿਹੜਾ ਮਨ ਨਿਰਮਲ ਹੈ ਉਹ ਕਦੇ ਕਿਸੇ ਨੂੰ ਫਿੱਕੇ ਬੋਲ ਨਹੀਂ ਬੋਲਦਾ, ਉਹ ਕਿਸੇ ਦੀ ਨਿੰਦਿਆ ਨਹੀਂ ਕਰੇਗਾ, ਉਹ ਕਿਸੇ ਨਾਲ ਈਰਖਾ ਨਫ਼ਰਤ ਨਹੀਂ ਕਰੇਗਾ, ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰੇਗਾ। ਇਹ ਜਿਹੜਾ ਮਨ ਨਿਰਮਲ ਹੋ ਗਿਆ, ਜਿਹੜਾ ਮਨ ਜਾਗ ਪਿਆ, ਉਹਦੀ ਮਾਰੇ ਨਿਸ਼ਾਨੀ ਦੱਸਦੀ। ਰਮਾਉਂਦੇ ਉਰ ਧਾਰੇ ਜੋ ਅੰਤਰ ਨਾਮ, ਸਰਬ ਮੈਂ ਭੀਖੇ ਭਗਵਾਨ। ਨਿਮਖ ਠਾਕਰ ਨਮਸਕਾਰੇ, ਨਾਨਕ ਅਪਰ ਸਗਲ ਨਿਸਤਾਰੇ। ਜਿਹੜਾ ਮਨ ਨਿਰਮਲ ਹੈ ਉਹਦੀ ਨਿਸ਼ਾਨੀ, ਉਹ ਸਭ ਦੇ ਵਿੱਚ ਹੀ ਮਾਲਕ ਨੂੰ ਦੇਖਦਾ ਅਤੇ ਉਹਦਾ ਸੀਸ ਝੁਕਦਾ ਹੀ ਰਹਿੰਦਾ। ਸਾਹਮਣੇ ਨਿਰਗੁਣ ਹੈ ਉਹਨੂੰ ਵੀ ਝੁਕਾਉਂਦਾ ਹੈ, ਅਤੇ ਜਦੋਂ ਸਰਗੁਣ ਰੂਪ 'ਚ ਸਾਹਮਣੇ ਆਉਂਦਾ ਉਹਨੂੰ ਵੀ ਝੁਕਾਉਂਦਾ ਹੈ। ਇਸ ਕਰਕੇ ਫਿਰ ਕਹਿੰਦੇ ਵੀ ਇਹ ਨਿਰਮਲ ਮਨ, ਇਹ ਮਨ ਜਾਗਿਆ ਹੋਇਆ। ਸੋ ਆਪਾਂ ਵੀ ਹੁਣ ਕੋਸ਼ਿਸ਼ ਕਰਨੀ ਮਨ ਨੂੰ ਜਗਾਉਣ ਵਾਸਤੇ, ਇਹ ਵੱਧ ਤੋਂ ਵੱਧ ਆਪਾਂ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਸਾਡਾ ਮਨ ਧੋਤਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ ਸੀ। ਜਿੰਨੀ ਆਪਾਂ ਸਤ ਸੰਗਤ ਕਰਾਂਗੇ, ਸਾਨੂੰ ਇਹ ਗਿਆਨ ਦ੍ਰਿੜ ਹੋਏਗਾ ਅਤੇ ਸਾਡਾ ਮਨ ਗਿਆਨ ਦੁਆਰਾ ਜਾਗੇਗਾ। ਪਹਿਲਾਂ ਅਸੀਂ ਗਿਆਨ ਦੁਆਰਾ ਜਾਗਦੇ, ਫਿਰ ਧਿਆਨ ਦੀ ਅਵਸਥਾ ਸ਼ੁਰੂ ਹੁੰਦੀ। ਜਿਵੇਂ ਆਪਾਂ ਨੂੰ ਪਹਿਲਾਂ ਗਿਆਨ ਦਿੱਤਾ ਜਾਂਦਾ, ਗਿਆਨ ਦ੍ਰਿੜ ਕਰਾਇਆ ਜਾਂਦਾ ਬਈ ਇਸ ਲੋਕ ਵਿੱਚ ਵਿਚਰਦੇ ਹੋਏ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਨੀ, ਇਹ ਗਿਆਨ। ਜਦੋਂ ਕਿਸੇ ਦੀ ਨਿੰਦਿਆ ਹੋਣ ਲੱਗੇ ਅਤੇ ਅੱਗੇ ਗਿਆਨ ਆ ਜਾਏ, ਗਿਆਨ ਦੁਆਰਾ ਅਸੀਂ ਮਨ ਨੂੰ ਰੋਕ ਲਈਏ ਵੀ ਨਿੰਦਾ ਕਿਸੇ ਦੀ ਭਲੀ ਨਹੀਂ ਹੈ। ਬਈ ਜੇ ਕਰਾਂਗੇ ਤਾਂ ਸਾਡੇ ਮਨ ਨੂੰ ਮੈਲ ਲੱਗੇਗੀ, ਸਾਡਾ ਮਨ ਕਾਲਾ ਹੋ ਜਾਏਗਾ।
ਮਾਰੇ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਦਿਨ ਨਿੰਦਕਾਂ ਨਰਕੀ ਘੋਰ ਭਵਨ। ਹੁਣ ਇਹਨੂੰ ਕਹਿੰਦੇ ਗਿਆਨ ਦੁਆਰਾ ਮਨ ਨੂੰ ਰੋਕ ਕੇ ਘਰ ਬਿਠਾ ਲੈਣਾ ਸਹੀ ਦੇ ਵਿੱਚ। ਜਿਹਨੂੰ ਮਾਰੇ ਕਹਿੰਦੇ ਮਨੂਆ ਕਿਉਂ ਕਰ ਵਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਜੇ ਅਸੀਂ ਇਹ ਗਿਆਨ ਦੀ ਮੱਤ ਲੈ ਕੇ ਚੱਲਾਂਗੇ, ਮਨ ਨੂੰ ਠਾਕਣਾ ਹੁੰਦਾ ਮਤਲਬ ਰੋਕ ਦੇਣਾ। ਜਿਵੇਂ ਅੱਗੇ ਆਪਾਂ ਨੂੰ ਗਿਆਨ ਹੋ ਗਿਆ ਸਤਿਗੁਰਾਂ ਨੇ ਵੀ ਨਿੰਦਾ ਕਿਸੇ ਦੀ ਭਲੀ ਨਹੀਂ, ਜੇ ਕੋਈ ਕਰਦਾ ਹੈ ਅਤੇ ਆਪਾਂ ਗਿਆਨ ਦੁਆਰਾ ਮਨ ਨੂੰ ਰੋਕ ਲਿਆ ਵੀ ਕਿਸੇ ਦੀ ਭਲੀ ਨਹੀਂ ਨਿੰਦਾ, ਅਤੇ ਮਨ ਸਾਡਾ ਰੁਕ ਗਿਆ। ਜੇ ਸਾਡੇ ਅੰਦਰ ਕਿਸੇ ਪ੍ਰਥਾਏ ਦੁਬਿਧਾ ਆਉਣ ਲੱਗੀ, ਵੈਰ ਵਿਰੋਧ ਆਉਣ ਲੱਗਿਆ, ਉਹ ਅੱਗੇ ਗਿਆਨ ਆ ਗਿਆ ਵੀ ਜੇ ਕਰਾਂਗੇ ਅਤੇ ਸਾਨੂੰ ਸਜ਼ਾ ਮਿਲੇਗੀ, ਸਾਡਾ ਮਨ ਮੈਲਾ ਹੋ ਜਾਏਗਾ। ਉਹ ਆਪਾਂ ਗਿਆਨ ਦੁਆਰਾ ਰੋਕ ਲਿਆ ਮਨ। ਇਸ ਨੂੰ ਫਿਰ ਕਹਿੰਦੇ ਵੀ ਗੁਰੂ ਤੋਂ ਬਿਨਾਂ ਸਾਨੂੰ ਗਿਆਨ ਨਹੀਂ ਹੁੰਦਾ ਅਤੇ ਗਿਆਨ ਤੋਂ ਬਿਨਾਂ ਮਨ ਰੁਕਦਾ ਨਹੀਂ। ਮਹਾਰਾਜ ਕਹਿੰਦੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਬਈ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਨਹੀਂ ਹੁੰਦਾ ਅਤੇ ਗਿਆਨ ਤੋਂ ਬਿਨਾਂ ਇਹ ਬੰਨਿਆ ਨਹੀਂ ਜਾਂਦਾ ਮਨ। ਜਿਵੇਂ ਹੁਣ ਕਈ ਜੀਵ ਕਹਿੰਦੇ ਸਾਡਾ ਮਨ ਨਹੀਂ ਰੁਕਦਾ ਜੀ। ਮਨ ਤਾਂ ਨਹੀਂ ਰੁਕਦਾ ਕਿਉਂਕਿ ਅਸੀਂ ਗਿਆਨ ਨਹੀਂ ਲਿਆ, ਗਿਆਨ ਦੁਆਰਾ ਉਹਨੂੰ ਰੋਕਿਆ ਨਹੀਂ, ਤਾਂ ਨਹੀਂ ਰੁਕਦਾ। ਜੇ ਹੁਣ ਗਿਆਨ ਅਸੀਂ ਦ੍ਰਿੜ ਕੀਤਾ ਹੋਏਗਾ, ਸਾਡੇ ਹਿਰਦੇ 'ਚ ਵਸਿਆ ਹੋਏਗਾ, ਅਤੇ ਫਿਰ ਇਹ ਭੱਜ ਕੇ ਦਿਖਾਵੇ ਕਿੱਧਰ ਭੱਜੇਗਾ, ਉਹ ਗਿਆਨ ਅੱਗੇ ਆ ਜਾਏਗਾ, ਗਿਆਨ ਦੁਆਰਾ ਰੋਕ ਲਾਂਗੇ ਉਹਨੂੰ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਸਤ ਸੰਗਤ ਇਸ ਕਰਕੇ ਕਰਨੀ ਵੀ ਤਾਂ ਕਿ ਇਹ ਗਿਆਨ ਹੈ ਜਿਹੜਾ ਇਹ ਸਾਨੂੰ ਦ੍ਰਿੜ ਹੋ ਜਾਏ, ਸਾਡੇ ਹਿਰਦੇ 'ਚ ਵਸ ਜੇ। ਇਹ ਜੋ ਸਾਰਾ ਗਿਆਨ ਆਪਾਂ ਨੂੰ ਗੁਰਬਾਣੀ ਗੁਰੂ ਦੁਆਰਾ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਇਹ ਸਾਡੇ ਹਿਰਦੇ 'ਚ ਵਸ ਜੇ, ਮਨ 'ਚ ਵਸ ਜੇ, ਅਤੇ ਆਪਾਂ ਆਪਦੇ ਜੀਵਨ ਦਾ ਲਾਹਾ ਕੱਟ ਕੇ ਇੱਥੋਂ ਆਪਦੇ ਘਰ ਵਾਪਸ ਜਾਈਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।